एक्चुअली ਇਹ ਜਿਹੜੀ ਤਕਨੀਕ ਹੈ ਨਾ ਜੀ, ਇਹ ਅਸੀਂ ਇਹ ਜਦੋਂ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਨਾ, ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਹਾਨੂੰ ਜਿਹੜੀ ਫਸਲ ਆ ਐਂ ਲੱਗੇ ਕਿ ਇਹ ਜੇ ਬੜੀ ਮਾੜੀ ਫਸਲ ਆ, ਕਿਉਂਕਿ ਇਹ ਜਿਹੜੀ ਪਲਾਂਟ ਪਾਪੂਲੇਸ਼ਨ ਪੂਰੀ ਹੁੰਦੀ ਹੈ। ਦੂਸਰਾ, ਇਸ ਤਕਨੀਕ ਦੇ ਨਾਲ ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਜਿਹੜੀ ਹੈ ਇਸ ਦੀ ਬੰਪਰ ਖਰਾਬ ਹੋ ਜਾਂਦੀ ਹੈ, ਕਿਉਂਕਿ ਅਸੀਂ ਇਹ ਐਕਸਪੈਰੀਮੈਂਟ ਦੇਖੇ ਨੇ। ਉਹਦੇ 'ਚ ਘਬਰਾਉਣ ਵਾਲੀ ਕੋਈ ਲੋੜ ਨਹੀਂ ਹੈ, ਔਰ ਫਰਟੀਲਾਈਜ਼ਰ ਜਿੰਨੀ ਸਾਡੀ ਰਿਕਮੈਂਡਡ ਆ ਉਹੀ ਅਸੀਂ ਡੋਜ਼ ਪਾਉਣੀ ਹੈ। ਔਰ ਜੇਕਰ ਤੁਹਾਨੂੰ ਕੋਈ ਹੋਰ ਸਮੱਸਿਆ ਆਉਂਦੀ ਹੈ ਤਾਂ ਉਹ ਤੁਹਾਡੀ ਜ਼ਮੀਨ ਦੀ ਪਰਖ ਵੀ ਕਰਾ ਲੈਣੀ ਚਾਹੀਦੀ ਹੈ, ਜਾਂ ਤੁਹਾਡਾ ਹਾਰਡ ਪੈਂਡ ਜਿਹੜਾ ਥੱਲੇ ਜ਼ਿਆਦਾ ਹੈਗਾ ਉਹਨੂੰ ਚਿਜਲਰ ਦੇ ਨਾਲ ਉਹਨੂੰ ਡਿਸਟਰਬ ਵੀ ਕਰ ਲੈਣਾ ਚਾਹੀਦਾ। ਇਹ ਤੁਹਾਡੀ ਜ਼ਮੀਨ ਦੀ ਜੇ ਕੋਈ ਸਮੱਸਿਆ ਹੈਗੀ ਹੈ ਤਾਂ ਸਾਡੇ ਖੇਤੀਬਾੜੀ ਮਾਹਿਰ ਸਾਡੇ ਲਾਗੇ ਤੁਹਾਡੇ ਏਰੀਏ ਦੇ ਕੋਈ ਵੀ ਹੈ, ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਤੁਸੀਂ ਉਹਨਾਂ ਨੂੰ ਫ਼ੋਨ ਨੰਬਰ ਵੀ ਹੈਗਾ, ਔਰ ਉੱਥੇ 1800 180 1551 ਸਾਡਾ ਕਿਸਾਨ ਕਾਲ ਸੈਂਟਰ ਆ। ਜਿਹੜੇ ਏਰੀਏ ਦੇ ਵਿੱਚ ਹੋਏਗਾ ਉਸ ਦੇ ਫ਼ੋਨ ਨੰਬਰ ਤੋਂ ਦਾ ਸੰਪਰਕ ਕਰਕੇ ਤੇ ਸਾਡੇ ਜਿਹੜੇ ਜ਼ਿਲ੍ਹੇ ਦਾ ਮੁੱਖ ਖੇਤੀਬਾੜੀ ਅਫਸਰ ਆ ਜਾਂ ਬਲਾਕ ਐਗਰੀਕਲਚਰ ਅਫਸਰ ਆ, ਤੁਹਾਨੂੰ ਫ਼ੋਨ ਨੰਬਰ ਜਿਹੜਾ ਮਿਲ ਜਾਏਗਾ ਔਰ ਉਹਨਾਂ ਨੂੰ ਤੁਸੀਂ ਰਿਕੁਐਸਟ ਕਰ ਸਕਦੇ ਹੋ, ਉਹ ਤੁਹਾਡੇ ਕੋਲ ਖੁਦ ਚੱਲ ਕੇ ਆਉਣਗੇ। ਅੱਛਾ ਡਾਕਟਰ ਸਾਹਿਬ, ਜ਼ਿਆਦਾ ਜਿਹੜੀ ਸਮੱਸਿਆ ਨਾ ਉਹ ਨਦੀਨਾਂ ਦੀ ਹੈ, ਜਿਹੜੀ ਪਿਛਲੇ ਸਾਲਾਂ ਦੇ ਵਿੱਚ ਆਈ ਹੈ। ਬਿਲਕੁਲ ਜੀ, ਬਿਲਕੁਲ। ਤੇ ਇਹਦੇ ਬਾਰੇ ਕੁਝ ਨਵੀਆਂ ਖੋਜਾਂ ਕੁਝ ਇਹੋ ਜਿਹੀਆਂ ਹੋਈਆਂ ਜਿਹਦੇ ਨਾਲ ਹੁਣ ਕੋਈ ਰਾਹਤ ਮਿਲੇ? ਮੈਂ ਇੱਕ ਹੋਰ ਸਾਡੀ ਇੱਕ ਬਹੁਤ ਵਧੀਆ ਮਾਲੀਕੂਲ ਪਾਈਪਲਾਈਨ ਦੇ ਵਿੱਚ ਹੈ ਜੀ, ਉਹ ਮੇਰਾ ਖਿਆਲ ਹੈ ਕਿ ਅਸੀਂ ਨੈਕਸਟ ਸੀਜ਼ਨ ਦੇ ਵਿੱਚ ਉਸ ਦੀ ਅਵੇਲੇਬਿਲਿਟੀ ਵੀ ਕਰਾ ਦਿਆਂਗੇ। ਔਰ ਜਿਹੜੀ ਪਹਿਲਾਂ ਸਮੱਸਿਆ ਇਹ ਹੁੰਦੀ ਸੀ, ਮੈਂ ਇੱਕ ਤੁਹਾਨੂੰ ਇਹ ਵੀ ਦੱਸਦਾ ਕਿ ਝੋਨੇ ਨੂੰ ਮੱਛੀ ਵਾਲੀ ਫਸਲ ਕਿਉਂ ਬਣਾ ਦਿੱਤਾ ਗਿਆ। ਠੀਕ, ਕਿਉਂਕਿ ਇਹ ਕੁਦਰਤ ਦਾ ਨਿਯਮ ਸੀਗਾ ਕਿ ਇਹਨੂੰ ਅਸੀਂ ਜਾਣਬੁੱਝ ਕੇ ਇਹਨੂੰ ਸਾਇੰਸਦਾਨਾਂ ਨੇ ਸਾਰਿਆਂ ਨੇ ਇਹਨੂੰ ਪਾਣੀ ਖਿਲਾਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਸ ਟਾਈਮ ਦੇ ਉੱਤੇ ਝੋਨਾ ਬੀਜਣਾ ਸ਼ੁਰੂ ਹੋਇਆ ਸੀ ਉਸ ਟਾਈਮ ਦੇ ਉੱਤੇ ਜਿਹੜੀਆਂ ਵੀਡੀਸਾਈਡ ਇੰਨੀਆਂ ਪ੍ਰਚਲਿਤ ਨਹੀਂ ਸੀਗੀਆਂ। ਠੀਕ ਹੈ, ਉਸ ਟਾਈਮ ਦੇ ਉੱਤੇ ਇੱਕ ਇਹ ਸੀਗਾ ਕਿ ਇਹ ਜਿਹੜਾ ਝੋਨਾ ਜਿਹੜਾ ਹੈ ਇਹ ਪਾਣੀ ਦੇ ਵਿੱਚ ਖੜਾ ਰਹਿ ਸਕਦਾ ਸੀਗਾ, ਬਾਕੀ 'ਚ ਪਾਣੀ ਖਿਡਾਰ ਦਿੰਦੇ ਸੀ ਤੇ ਜਿਹੜੇ ਨਦੀਨ ਆਟੋਮੈਟਿਕਲੀ ਮਰ ਜਾਂਦੇ ਸੀ। ਉਹ ਇਹ ਇੱਕ ਉਹ ਪ੍ਰਕਿਰਿਆ ਸੀ ਜਿਸ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਚੈੱਕ ਕਰ ਲੈਣਾ ਚਾਹੀਦਾ ਸੀ, ਪਰ ਉਹ ਚੈੱਕ ਕੀਤਾ ਨਹੀਂ। ਉਸ ਤੋਂ ਬਾਅਦ ਕੀ ਹਾਲਾਤ ਬਦਲਦੇ ਗਏ, ਮੋਟਰਾਂ ਦੇ ਵਿੱਚ ਅੱਜ ਕੱਲ੍ਹ ਲੋਕਾਂ ਨੇ ਉਹ ਜਿਹੜਾ ਹੈਗਾ ਸਵਿੱਚ ਹੀ ਇੱਦਾਂ ਦੇ ਲਗਾ ਦਿੱਤੇ ਕਿ ਆਟੋ ਸਵਿੱਚ ਨੇ, ਜਦੋਂ ਬਿਜਲੀ ਚਲੇ ਜਾਂਦੀ ਆ ਤੇ ਉਦੋਂ ਆਪਣੇ ਆਪ ਚੱਲ ਪੈਂਦੇ ਨੇ। ਪਾਣੀ ਆਪਣੇ ਕੋਲ ਵਾਧੂ ਸੀਗਾ, ਇਹਦੇ ਬਾਰੇ ਆਪਾਂ ਕਦੀ ਸੋਚਿਆ ਨਹੀਂ ਸੀਗਾ ਤੇ ਉਹ ਇਸ ਤਰ੍ਹਾਂ ਬੜੀ ਦੁਰਵਰਤੋਂ ਪਾਣੀ ਦੀ ਹੋਈ ਹੈ। ਹੁਣ ਅਸੀਂ ਸੋਚ ਰਹੇ ਹਾਂ ਔਰ ਇਹਦੇ ਵਾਸਤੇ ਜਿਹੜੀ ਆ ਸਾਡੀ ਨਵੀਂ ਤਕਨੀਕ ਹੈ ਬੜੀ ਕਾਰਗਰ ਸਿੱਧ ਹੋ ਰਹੀ ਹੈ, ਔਰ ਸਾਡੀ ਕੀ ਆਉਣ ਵਾਲੇ ਜਿਹੜੇ ਸਾਰੇ ਦੇਸ਼ ਵਾਸਤੇ ਇਹ ਤਕਨੀਕ ਜਿਹੜੀ ਕਿ ਬਹੁਤ ਲਾਹੇਵੰਦ ਹੋਏਗੀ। ਔਰ ਇਹ ਜਿਹੜੀ ਅਸੀਂ ਝੋਨੇ ਦੀ ਸਿੱਧੀ ਬਿਜਾਈ ਆ, ਇਸ ਨੂੰ ਮੈਂ ਪਿਛਲੇ ਸਾਲ ਆਪਣੇ ਭਾਰਤ ਸਰਕਾਰ ਨਾਲ ਟੇਕਅਪ ਕੀਤਾ ਸੀ, ਔਰ ਇਹਨੂੰ ਮੈਂ ਪੰਜਾਬ ਦੇ ਵਿੱਚ ਸਪੈਸ਼ਲ 10 ਜ਼ਿਲ੍ਹਿਆਂ ਵਾਸਤੇ ਲਿਆਂਦਾ ਸੀਗਾ, ਕਿਉਂਕਿ ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ 3 ਤਰ੍ਹਾਂ ਦੇ ਚੱਲਦੇ ਨੇ ਜੀ। ਇੱਕ ਕਣਕ ਵਾਸਤੇ ਹੈ, ਇੱਕ ਦਾਲਾਂ ਵਾਸਤੇ ਹੈ, ਇੱਕ ਪੈਡੀ ਵਾਸਤੇ, ਰਾਈਸ ਵਾਸਤੇ ਹੈ। ਠੀਕ ਹੈ, ਜਿਹੜਾ ਸਾਡਾ ਰਾਈਸ ਵਾਸਤੇ ਸਾਡੀ ਸਟੇਟ ਨੂੰ ਤੇ ਹਰਿਆਣੇ ਨੂੰ, ਜਿੱਥੇ ਹਰੀ ਕ੍ਰਾਂਤੀ ਵਾਲੀਆਂ ਸਟੇਟ ਦੇ ਵਿੱਚ ਕੋਈ ਫੰਡ ਜਾਂ ਇਨਸੈਂਟਿਵ ਨਹੀਂ ਦਿੱਤਾ ਜਾਂਦਾ, ਔਰ ਮੈਂ ਉਹਨਾਂ ਤੇ ਇਹ ਜ਼ੋਰ ਪਾਇਆ ਸੀ ਕਿ ਵੀ ਸਾਡੇ ਸਾਰੇ ਸੂਬੇ ਨੂੰ ਇਸ ਜਿਹੜਾ ਹੈਗਾ ਨੈਸ਼ਨਲ ਫੂਡ ਸਿਕਿਉਰਿਟੀ ਮਿਸ਼ਨ ਰਾਈਸ ਦੇ ਥੱਲੇ ਲਿਆਂਦਾ ਜਾਵੇ, ਔਰ ਅਸੀਂ ਪਾਣੀ ਸੇਵਿੰਗ ਵਾਲੀਆਂ ਜਿਹੜੀਆਂ ਟੈਕਨੀਕਸ ਨੇ ਉਹਨਾਂ ਨੂੰ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹਾਂ। ਪਿਛਲੇ ਸਾਲ ਉਹਨਾਂ ਨੇ ਸਾਨੂੰ 1.5 ਕਰੋੜ ਰੁਪਇਆ ਦਿੱਤਾ ਸੀਗਾ, ਇਸ ਸਾਲ ਅਸੀਂ ਉਹਨਾਂ ਤੋਂ ਜ਼ਿਆਦਾ ਫੰਡ ਲੈ ਕੇ ਆਵਾਂਗੇ, ਔਰ ਨਾਲ ਹੀ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਹੈ ਕਿ ਇਹਦੇ ਵਿੱਚ ਸਾਨੂੰ ਸਾਡੇ ਸਾਰੇ ਜ਼ਿਲ੍ਹੇ ਕਵਰ ਕੀਤੇ ਜਾਣ, ਕਿਉਂਕਿ ਇੱਕ ਨੈਸ਼ਨਲ ਇਸ਼ੂ ਆ। ਪਾਣੀ ਨੂੰ ਬਚਾਉਣਾ ਜਿਹੜਾ ਇਹ ਸਾਰੀ ਜ਼ਿੰਮੇਵਾਰੀ ਆ, ਸਾਰੇ ਦੇਸ਼ ਦੀ ਜ਼ਿੰਮੇਵਾਰੀ ਆ। ਇਹਦੇ ਵਾਸਤੇ ਜਿਹੜੇ ਫੰਡ ਸਾਨੂੰ ਦਿੱਤੇ ਜਾਣ ਤਾਂ ਜੋ ਕਿ ਸਾਰੇ ਕਿਸਾਨਾਂ ਨੂੰ ਇਸ ਤਕਨੀਕ ਦੇ ਤਹਿਤ ਜਿਹੜਾ ਪ੍ਰੇਰਿਤ ਕਰਕੇ ਇਸ ਵਾਸਤੇ ਲਿਆਂਦੇ ਜਾਣ। ਬਿਲਕੁਲ, ਸਾਨੂੰ ਸਭ ਇੱਕ ਫੋਨ ਹੋਰ ਆਪਾਂ ਲੈ ਲਈਏ। ਹੈਲੋ 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 ਆਵਾਜ਼ ਤੁਹਾਡੀ ਕਲੀਅਰ ਨਹੀਂ। ਹਾਂਜੀ, ਆ ਰਹੀ। ਹੈਲੋ ਲੱਗਦਾ ਥੋੜੀ ਲਾਈਨ ਦੇ ਵਿੱਚ ਸੰਧੂ ਸਾਹਿਬ। ਚਲੋ ਕੋਈ ਵੀ ਉਹਨਾਂ ਦਾ ਸਵਾਲ ਆਪਾਂ ਨਹੀਂ ਸੁਣ ਸਕੇ। ਅੱਛਾ, ਜੇ ਅਗਲੀ ਗੱਲ ਕਰੀਏ, ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਕਿਹੋ ਜਿਹੀ ਜ਼ਮੀਨ ਦੇ ਵਿੱਚ ਬਿਜਾਈ ਹੋ ਸਕਦੀ। ਸਾਡੇ ਪੰਜਾਬ ਦਾ ਜਿਹੜਾ ਏਰੀਆ ਜੀ, ਸਾਡੇ ਜ਼ਿਲ੍ਹੇ ਪੰਜਾਬ ਦੇ ਨੇ, ਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ? ਕੁਝ ਖਾਸ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਸਿਫਾਰਿਸ਼ ਕਰਦੇ? ਮੈਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਜਿਹੜੀ ਜ਼ਮੀਨ ਜਿਹੜੀ ਆ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ 'ਚ ਕਰਨੀ ਹੈ। ਠੀਕ ਹੈ, ਜਿਹੜੀਆਂ ਰੇਤਲੀ ਅੰਗ ਵਾਲੀਆਂ ਜ਼ਮੀਨਾਂ ਨੇ, ਚਾਹੇ ਕੰਢੀ ਦਾ ਏਰੀਆ ਚਾਹੇ ਮਾਲਵੇ ਦਾ ਏਰੀਆ, ਕਿਉਂਕਿ ਪੈਡੀ ਅਸੀਂ ਸਾਰੇ ਸੂਬੇ ਦੇ ਵਿੱਚ ਬੀਜਦੇ ਹਾਂ, ਔਰ ਇੱਥੇ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਹੀ ਅਸੀਂ ਇਹ ਤਕਨੀਕ ਨੂੰ ਜਿਹੜਾ ਇਹ ਪ੍ਰਮੋਟ ਕਰ ਰਹੇ ਹਾਂ, ਤਾਂ ਜੋ ਕਿ ਜਿਹੜੀਆਂ ਹਲਕੀਆਂ ਜ਼ਮੀਨਾਂ ਹੁੰਦੀਆਂ ਨੇ ਭੁੱਲਰ ਸਾਹਿਬ, ਉਹਦੇ ਵਿੱਚ ਕੀ ਹੈ ਕਿ ਕਿਉਂਕਿ ਇਹਦੇ ਵਿੱਚ ਅਸੀਂ ਪਾਣੀ ਤੇ ਖੜਾਉਣਾ ਨਹੀਂ ਆ, ਔਰ ਜਿਹੜੀਆਂ ਹਲਕੀਆਂ ਜ਼ਮੀਨਾਂ ਨੇ ਉੱਥੇ ਇਹ ਲੋਹੇ ਦੀ ਘਾਟ ਆ ਜਾਂਦੀ ਹੈ। ਇਸ ਕਰਕੇ ਜਿਹੜੀ ਸਾਡੀ ਫਸਲ ਆ ਉਹ ਜਿਹੜੀ ਆ ਸਾਡੀ ਉਹ
ਮਰ ਜਾਂਦੀ ਹੈ, ਕਈ ਵਾਰੀ ਉਹ ਝਾੜ ਘੱਟ ਹੁੰਦਾ। ਇਸ ਕਰਕੇ ਕਿਸਾਨ ਵੀਰਾਂ ਨੂੰ ਇਹ ਅਪੀਲ ਹੈ ਕਿ ਉਹ ਇਹਨਾਂ ਹਲਕੀਆਂ ਜ਼ਮੀਨਾਂ ਦੇ ਉੱਤੇ ਇਸ ਦੀ ਕਾਸ਼ਤ ਨਾ ਕਰਨ। ਬਿਲਕੁਲ। ਇੱਕ ਫੋਨ ਸੰਧੂ ਸਾਹਿਬ ਹੋਰ ਆਪਾਂ ਲਈਏ। ਹੈਲੋ। ਹਾਂਜੀ ਜੈਕੇ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੈਕੇ ਸਾਹਿਬ, ਮੇਰਾ ਸਵਾਲ ਇਹ ਆ ਵੀ ਜਿਸ ਤਰ੍ਹਾਂ ਰੇਤਲਾ ਏਰੀਆ ਹੈਗਾ ਆ ਜੀ, ਜ਼ਿਲ੍ਹਾ ਜਲੰਧਰ ਦੇ ਏਰੀਆ ਜੀ, ਇਹਦੇ ਵਿੱਚ ਵੀ ਜਿਹੜਾ ਸਿੱਧੀ ਬਿਜਾਈ ਹੈਗੀ ਕਾਮਯਾਬ ਹੋਏਗੀ? ਹਾਂ ਬਿਲਕੁਲ ਜੀ। ਤੁਹਾਡੇ ਜਲੰਧਰ ਦੇ ਏਰੀਏ ਦੇ ਵਿੱਚ ਇੱਥੋਂ ਦੇ ਮੁੱਖ ਖੇਤੀਬਾੜੀ ਅਫਸਰ ਵੱਲੋਂ ਬਕਾਇਦਾ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਿੰਡਾਂ ਦੇ ਵਿੱਚ। ਔਰ ਇੱਥੇ ਇਹ ਨਹੀਂ ਹੈ ਕਿ ਏਰੀਆ ਵਾਈਜ਼ ਇਹ ਸਕੀਮ ਜਿਹੜੀ ਹੈਗੀ ਆ ਕਾਮਯਾਬੀ ਉਹਦੀ ਹੋਣੀ ਹੈ। ਇਹ ਜਿਹੜੀ ਤਕਨੀਕ ਆ ਇਹ ਸਾਰੇ ਸੂਬੇ ਵਾਸਤੇ ਹੈ ਔਰ ਸਾਰੇ ਏਰੀਏ ਵਾਸਤੇ ਆ। ਸ਼ਰਤ ਇੱਕ ਹੈ ਕਿ ਹਲਕੀਆਂ ਜ਼ਮੀਨਾਂ ਦੇ ਵਿੱਚ ਸਿੱਧੀ ਬਿਜਾਈ ਨਹੀਂ ਕਰਨੀ। ਨੰਬਰ 2 ਦੇ ਉੱਤੇ ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਖੇਤਾਂ ਦੇ ਵਿੱਚ ਲੇਜ਼ਰ ਲੈਵਲਿੰਗ ਦੇ ਨਾਲ ਤੁਹਾਡਾ ਖੇਤ ਪੱਧਰਾ ਹੋਣਾ ਚਾਹੀਦਾ, ਕਿਉਂਕਿ ਜੇਕਰ ਤੁਹਾਡੀ ਖੇਤ ਉੱਚਾ ਨੀਵਾਂ ਰਹਿ ਗਿਆ, ਤੁਸੀਂ ਕਿਉਂਕਿ 2-2.5 ਸੈਂਟੀਮੀਟਰ ਤੋਂ ਡੂੰਘਾ ਜ਼ਿਆਦਾ ਵੀ ਬੀਜਤਾ ਔਰ ਉਸ ਤੋਂ ਬਾਅਦ ਤੁਸੀਂ ਉਹਦੀ ਭਰਵਾਂ ਪਾਣੀ ਲਾਤਾ ਤੇ ਤੁਹਾਡਾ ਜਿੱਥੇ ਨੀਵਾਂ ਉੱਥੇ ਤੁਹਾਡੇ ਬੀਜ ਨਹੀਂ ਉਗਣੇ। ਔਰ ਤੁਹਾਡੀ ਜਿਹੜੀ ਇਹ ਤਕਨੀਕ ਆ ਉਹ ਬਗੈਰ ਕਿਸੇ ਖੇਤੀਬਾੜੀ ਮਾਹਿਰ ਦੀ ਰਾਏ ਤੋਂ ਲੈ ਜੇ ਤੁਸੀਂ ਕਰੋਗੇ ਤਾਂ ਤੁਹਾਡਾ ਜਿਹੜੀ ਹੈਗੀ ਉਹ ਫਸਲ ਜਿਹੜੀ ਆ ਉਹ ਬਿਲਕੁਲ ਖਰਾਬ ਹੋ ਸਕਦੀ ਹੈ। ਔਰ ਇਸੇ ਕਰਕੇ ਅਸੀਂ ਜ਼ੋਰ ਦੇ ਰਹੇ ਹਾਂ ਕਿ ਨਵੀਂ ਤਕਨੀਕ ਨੂੰ ਜਿੰਨਾ ਚਿਰ ਤੱਕ ਤੁਸੀਂ ਖੇਤੀਬਾੜੀ ਮਾਹਿਰ ਜਾਂ ਤੁਹਾਡਾ ਲਿਟਰੇਚਰ ਆ ਜਾਂ ਜਿੱਥੇ ਹੁਣ ਅਸੀਂ ਬੀਜੇ ਹੈ ਉਹ ਅਸੀਂ ਇਸੇ ਕਰਕੇ ਇਹ ਤੁਹਾਨੂੰ ਜ਼ੋਰ ਦੇ ਰਹੇ ਹਾਂ ਕਿ ਇਹ ਜਿਹੜੀ ਤਕਨੀਕ ਦੇ ਵਾਸਤੇ ਤਾਂ ਖੇਤੀਬਾੜੀ ਮਾਹਿਰਾਂ ਦੀ ਰਾਏ ਲੈਣੀ ਅਤੀ ਅੰਤ ਜ਼ਰੂਰਤ ਹੈ। ਔਰ ਇਸ ਵਾਸਤੇ ਜੇਕਰ ਕੋਈ ਸਮੱਸਿਆ ਹੋਵੇ ਤੇ ਉਹ ਸਾਡੇ ਖੇਤੀਬਾੜੀ ਜਿਹੜੇ ਏਡੀਓਜ਼ ਨੇ, ਸਾਡੇ ਖੇਤੀਬਾੜੀ ਵਿਕਾਸ ਅਫਸਰ ਨੇ, ਮੁੱਖ ਖੇਤੀਬਾੜੀ ਅਫਸਰ ਨੇ, ਉਹਨਾਂ ਨਾਲ ਰਾਬਤਾ ਕਰ ਲਓ। ਔਰ ਇਸ ਦੇ ਨਾਲ ਇੱਕ ਮੈਂ ਟੈਲੀਫੋਨ ਦਾ ਪਹਿਲਾਂ ਵੀ ਜ਼ਿਕਰ ਕੀਤਾ ਸੀ, ਹੁਣ ਵੀ ਕਰਦਾ ਜੀ, ਲੈਂਡਲਾਈਨ ਤੋਂ 1551 ਇਹ ਤੁਸੀਂ ਲੈਂਡਲਾਈਨ ਤੋਂ ਕਰ ਸਕਦੇ ਹੋ। ਜੇਕਰ ਦੂਸਰਾ ਕਰਨਾ ਮੋਬਾਈਲ ਫੋਨ ਤੋਂ ਤਾਂ 1800 180 1551 ਦੇ ਉੱਤੇ ਵੀ ਤੁਸੀਂ ਗੱਲ ਕਰ ਸਕਦੇ ਹੋ। ਸਾਡੇ ਖੇਤੀਬਾੜੀ ਮਾਹਿਰ ਉੱਥੇ ਵੀ ਬੈਠੇ ਨੇ, ਉਹਨਾਂ ਨੂੰ ਵੀ ਇਹ ਸਾਰੀ ਤਕਨੀਕ ਦਾ ਪਤਾ, ਉਹਨਾਂ ਦੇ ਸਲਾਹ ਮਸ਼ਵਰੇ ਨਾਲ ਹੀ ਜਿਹੜੀ ਇਸ ਤਕਨੀਕ ਨੂੰ ਜਿਹੜਾ ਅਪਣਾਉਣਾ ਚਾਹੀਦਾ ਜੀ। ਸੰਧੂ ਸਾਹਿਬ ਫੋਨ ਇੱਕ ਆਪਾਂ ਹੋਰ ਲਈਏ। ਹੈਲੋ। ਹੈਲੋ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਜਿਹੜਾ ਕੀਮਤੀ ਸਮਾਂ ਕੱਢ ਕੇ ਸਾਨੂੰ ਅੱਜ ਜਾਣਕਾਰੀ ਦੇ ਰਹੇ ਨੇ। ਜੀ। ਬਾਸਮਤੀ ਬਿਜਾਈ ਅੱਜ ਤੋਂ 3 ਸਾਲ ਪਹਿਲਾਂ ਮੈਂ ਕੀਤੀ ਸੀ ਜ਼ੀਰੋ ਟ੍ਰੇਲ ਨਾਲ। ਉਸ ਦੇ ਝਾੜ ਦਾ ਵਿੱਚ ਤਕਰੀਬਨ 4-5 ਕੁਇੰਟਲ ਘੱਟ ਝਾੜ ਨਿਕਲਿਆ। ਇੱਕ ਤਾਂ ਪਾਣੀ ਲਾਉਣ ਨਾਲ ਜ਼ਿਆਦਾ ਨਦੀਨ ਹੋ ਜਾਂਦੇ ਸੀ ਤੇ ਇਹ ਪੁੱਛਣਾ ਚਾਹੁੰਦੇ ਵੀ ਬੀਜਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਚਾਹੀਦਾ? ਜ਼ਿਆਦਾ ਪਾਣੀ ਲਾਉਣ ਨਦੀਨ ਜ਼ਿਆਦਾ ਹੋ ਜਾਂਦੇ ਨੇ ਤਾਂ ਕਿ ਰੋਕਥਾਮ ਕਰਨੀ ਸੌਖੀ ਹੋ ਜਾਵੇ। ਜਿੰਨਾ ਪਾਣੀ ਜ਼ਿਆਦਾ ਲਾਵਾਂਗੇ ਬਾਅਦ ਨਦੀਨ ਬਹੁਤ ਹੋ ਜਾਂਦੇ ਨੇ। ਨਦੀਨਾਂ ਦੀ ਰੋਕਥਾਮ ਵਾਸਤੇ ਪੂਰਾ ਜਾਣਕਾਰੀ ਦੇਣ, ਮਿਹਰਬਾਨੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ ਕਿ ਮੈਂ ਇਹ ਗੱਲ ਕੀਤੀ ਹੈ ਕਿ ਜਦੋਂ ਤੁਸੀਂ ਸਿੱਧੀ ਬਿਜਾਈ ਆਪਾਂ ਕਰ ਲਈ ਉਸ ਤੋਂ ਬਾਅਦ ਹਲਕਾ ਪਾਣੀ ਲਾਤਾ, 2 ਦਿਨਾਂ ਦੇ ਅੰਦਰ ਸਟੌਂਪ ਦਵਾਈ ਜਿਹੜੀ ਆ ਉਹ 1 ਲੀਟਰ ਲੈ ਕੇ, ਜਿਹਨੂੰ ਅਸੀਂ ਪੈਡੀ ਮੈਥਲੀਨ ਕਹਿੰਦੇ ਆ, ਇਹਦਾ ਛਿੜਕਾਅ ਕਰ ਦੇਣਾ। ਜੇਕਰ ਉਸ ਸਮੇਂ ਤੁਸੀਂ ਨਹੀਂ ਕਰ ਸਕੇ ਤਾਂ ਤੁਸੀਂ 20-25 ਦਿਨਾਂ ਦੇ ਅੰਦਰ ਜਿਹੜਾ ਹੈਗਾ, ਸਾਡੀਆਂ 3 ਮੈਂ ਤੁਹਾਨੂੰ ਦੱਸੇ ਨੇ, ਨੋਮਨੀ ਗੋਲਡ ਦਵਾਈ ਹੈ ਔਰ ਇਸ ਦੇ ਨਾਲ ਵਾਸ਼ ਆਊਟ ਦਵਾਈ ਹੈ ਔਰ ਇੱਕ ਸੈਗਮੈਂਟ ਦਵਾਈ ਹੈ। ਇਹ 3 ਦਵਾਈਆਂ ਨੇ ਜਿਹੜੀਆਂ ਪਹਿਲੀਆਂ 2 ਨੇ ਉਹ 100 ਤੋਂ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਉਹ ਆਪਾਂ ਵਰਤਣੀ ਹੈ। 200 ਲੀਟਰ ਪਾਣੀ ਦੇ ਵਿੱਚ ਘੋਲ ਲੈਣੀ ਹੈ। ਦੂਜੀ ਸਿਰਫ 16 ਗ੍ਰਾਮ ਵਰਤਣੀ ਹੈ। ਔਰ ਇਹ 3 ਦਵਾਈਆਂ ਬਹੁਤ ਇਫੈਕਟਿਵ ਨੇ ਔਰ ਇਹ ਜਿਹੜੀਆਂ ਦਵਾਈਆਂ ਜਿਹੜੀਆਂ ਨੇ ਬਿਲਕੁਲ ਸਹੀ ਤਰੀਕੇ ਦੇ ਨਾਲ ਕੰਟਰੋਲ ਕਰ ਦਿੰਦੀਆਂ ਨੇ, ਕਿਸੇ ਤਰ੍ਹਾਂ ਦਾ ਕੋਈ ਨਹੀਂ। ਮੈਂ ਜਿਹੜੀ ਆ ਜਿੱਥੇ ਜ਼ਿਆਦਾ ਨਦੀਨਾਂ ਦੀ ਆਉਂਦੀ ਹੈ। ਨੰਬਰ 2 ਤੇ ਗੱਲ ਇਹ ਹੈਗੀ ਹੈ ਕਿ ਜਦੋਂ ਇਹ ਦਵਾਈਆਂ ਕਰਨੀਆਂ ਨੇ ਉਸ 2-3 ਦਿਨ ਜਿਹੜਾ ਤੁਸੀਂ ਖੇਤ ਦੇ ਵਿੱਚ ਪਾਣੀ ਖਿਲਾਰੀ ਰੱਖਣਾ, 2-3 ਦਿਨ ਤੁਹਾਡਾ ਪਾਣੀ ਉਹ ਖੇਤ ਦੇ ਵਿੱਚ ਖਿਲਾਰਨਾ। ਉਸ ਤੋਂ ਬਾਅਦ ਜਿਹੜਾ ਇਸ ਫਸਲ ਨੂੰ ਪਾਣੀ ਦੇਣਾ ਜੀ, ਇਹ ਬਿਲਕੁਲ ਇਹਦੀ ਪਾੜ ਨਹੀਂ ਪੈਣਾ ਚਾਹੀਦਾ ਔਰ ਵੱਤਰ ਦੇ ਵਿੱਚ ਹੀ ਬਿਲਕੁਲ ਲਾਈਟ ਜਿਹੜਾ ਪਾਣੀ ਇਹਨੂੰ ਝੋਨੇ ਨੂੰ ਦਿੰਦੇ ਰਹਿਣਾ ਔਰ ਕੋਈ ਇੱਦਾਂ ਦੇ ਨਹੀਂ ਵੀ ਉਹਦੇ 'ਚ ਫਿਰ ਆਪਾਂ ਉਹਨੂੰ ਫਲੱਡ ਕਰਕੇ ਰੱਖਣਾ। ਅੱਛਾ ਸੰਧੂ ਸਾਹਿਬ, ਜਿਹੜੇ ਕਿਸਾਨ ਵੀਰ ਬੀਜਣਾ ਚਾਹੁੰਦੇ ਆ ਸਿੱਧੀ ਬਿਜਾਈ ਵੱਲ, ਤੇ ਉਹਨਾਂ ਨੂੰ ਕੋਈ ਅਵੇਅਰ ਕਰਨ ਦੇ ਲਈ ਜਾਂ ਜਾਣਕਾਰੀ ਦੇਣ ਦੇ ਲਈ ਕੋਈ ਤੁਹਾਡੇ ਖੇਤੀਬਾੜੀ ਵਿਭਾਗ ਵੱਲੋਂ ਜਾਂ PAU ਵੱਲੋਂ ਕੋਈ ਉਪਰਾਲੇ? ਮੈਂ ਤੁਹਾਨੂੰ ਪੁੱਛਣਾ, ਪਹਿਲਾਂ ਫੋਨ ਲੈ ਲਈਏ ਗੱਲ, ਫਿਰ ਬਾਅਦ 'ਚ ਕਰਦੇ ਹਾਂ ਜੀ। ਹੈਲੋ। ਹਾਂਜੀ ਹੈਲੋ। ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜਸਕਰਨ ਸਿੰਘ ਬੋਲਦਾ ਜੀ ਫਿਰੋਜ਼ਪੁਰ ਤੋਂ। ਜੀ ਜਸਕਰਨ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਸਰ, ਮੈਂ ਇਹ ਪੁੱਛਣਾ ਸੀਗਾ ਵੀ ਜਿਹੜਾ ਆਪਾਂ ਸਿੱਧੀ ਬਿਜਾਈ ਝੋਨੇ ਦੀ ਕਰਦੇ ਹਾਂ ਜੀ, ਇਹ ਤੇ ਕੋਈ ਸਬਸਿਡੀ ਸਕੀਮ ਹੈਗੀ ਆ ਜੀ ਜਾਂ ਨਹੀਂ?
ਸਬਸਿਡੀ ਦੀ ਗੱਲ ਕੀਤੀ ਹੈ ਜੀ, ਚਾਹੇ ਉਹ ਜਿਹੜੀ ਜਿੱਥੇ ਅਸੀਂ ਸਿੱਧੀ ਬਿਜਾਈ ਦੀ ਨਾਲ ਝੋਨੇ ਦੀ ਬਿਜਾਈ ਕਰਨੀ ਹੈ, ਉਹਨਾਂ ਕਿਸਾਨ ਵੀਰਾਂ ਨੂੰ ਜ਼ਰੂਰ ਅਸੀਂ ਇਨਸੈਂਟਿਵ ਦਿਆਂਗੇ, ਕਿਉਂਕਿ ਇਸ ਚੀਜ਼ ਨੂੰ ਪ੍ਰਮੋਟ ਕਰਨਾ, ਨਵੀਂ ਤਕਨੀਕ ਨੂੰ ਪ੍ਰਮੋਟ ਕਰਨ ਵਾਸਤੇ ਸਰਕਾਰ ਉਪਰਾਲਾ ਕਰਦੀ ਹੈ। ਔਰ ਸਾਡੇ ਖੇਤੀਬਾੜੀ ਵਿਭਾਗ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਲਓ ਔਰ ਆਪਣਾ ਨਾਮ, ਟੈਲੀਫੋਨ, ਕਿੰਨੇ ਏਕੜ ਦੇ ਵਿੱਚ ਕਰਨੀ ਹੈ, ਔਰ ਤਾਂ ਜੋ ਕਿ ਅਸੀਂ ਤੁਹਾਡਾ ਜਿਹੜਾ ਬਣਦਾ ਤੁਹਾਨੂੰ ਇਨਸੈਂਟਿਵ ਜ਼ਰੂਰ ਅਸੀਂ ਦਿਆਂਗੇ। ਉਹ ਕਿਸ ਰੂਪ ਦੇ ਵਿੱਚ ਸੰਧੂ ਸਾਹਿਬ ਉਹ ਅਸੀਂ ਉਹਦੇ ਵਿੱਚ ਅਸੀਂ ਵੀਡੀਸਾਈਡ ਵਾਸਤੇ ਵੀ ਦੇ ਸਕਦੇ ਹਾਂ ਕਿਸਾਨ ਨੂੰ, ਬੀਜ ਸੀਡ ਵਾਸਤੇ ਵੀ ਦੇ ਸਕਦੇ ਹਾਂ, ਮਸ਼ੀਨ ਵਾਸਤੇ ਡਰਿਲ ਜਿਹੜੀ ਆ ਉਹਨੂੰ ਮੋਡੀਫਿਕੇਸ਼ਨ ਕਰਨੀ ਆ ਉਹਦੇ ਵਾਸਤੇ ਵੀ ਅਸੀਂ ਦੇ ਸਕਦੇ ਹਾਂ। ਕੋਈ ਵੱਖਰੀਆਂ ਡਰਿੱਲਾਂ ਨਹੀਂ ਬਣੀਆਂ ਜਾਂ ਮੋਡੀਫਿਕੇਸ਼ਨ ਹੀ ਕਰਨੀ ਪਊਗੀ? ਨਹੀਂ, ਬਿਲਕੁਲ ਵੱਖਰੀਆਂ ਡਰਿੱਲਾਂ ਵੀ ਬਣ ਚੁੱਕੀਆਂ ਨੇ ਔਰ ਪਟਿਆਲੇ ਦੇ ਵਿੱਚ ਵੀ ਅਵੇਲੇਬਲ ਨੇ, ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੀ ਅਵੇਲੇਬਲ ਜਿਹੜੀਆਂ ਹੋ ਰਹੀਆਂ ਨੇ ਔਰ ਉਹਨਾਂ ਨੇ ਤਿਆਰ ਕਰ ਲਈਆਂ ਨੇ। ਅੱਛਾ ਜੀ। ਔਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਾਨੂੰ ਪੁੱਛ ਵੀ ਰਹੇ ਸੀਗੇ ਵੀ ਯੂਨੀਵਰਸਿਟੀ ਜਾਂ ਇਹਦੇ ਵੱਲੋਂ ਵਿਭਾਗ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਜੀ, ਸਾਡੇ ਵਿਭਾਗ ਅਤੇ ਯੂਨੀਵਰਸਿਟੀ ਵੱਲੋਂ ਇਕੱਠੇ ਤੌਰ ਤੇ ਅਸੀਂ ਉਪਰਾਲਾ ਕਰਦੇ ਹਾਂ। ਉਹ ਆਪਣੇ KVK ਰਾਹੀਂ ਉਹਨਾਂ ਦਾ ਜਿਹੜਾ ਸਟਾਫ ਹੈ ਉਹ ਵੀ ਸਾਡੇ ਨਾਲ ਹੀ ਸਹਿਯੋਗ ਕਰਦਾ। ਔਰ ਇਸ ਤੋਂ ਇਲਾਵਾ ਅਸੀਂ ਜਿਹੜੀਆਂ ਹਰ ਇੱਕ ਪਿੰਡ ਦੇ ਵਿੱਚ ਵੈਨ ਵੀ ਭੇਜੀਆਂ ਸੀ, ਪਿਛਲੇ ਸਾਲ ਵੀ ਭੇਜਿਆ ਸੀ, ਜਲੰਧਰ ਤੋਂ ਅੱਜ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਉਹਦੇ ਵਿੱਚ ਅਸੀਂ ਕੈਸਟ ਲਗਾ ਕੇ ਔਰ ਲੋਕਾਂ ਨੂੰ ਜਿਹੜਾ ਇਸ ਬਾਰੇ ਅਵੇਅਰ ਕਰ ਰਹੇ ਹਾਂ। ਔਰ ਇਸ ਦੇ ਨਾਲ ਨਾਲ ਅਸੀਂ ਮੱਕੀ ਦੀ ਫਸਲ ਜਿਹੜੀ ਡਿਵਰਸੀਫਿਕੇਸ਼ਨ ਵਾਸਤੇ ਪ੍ਰਮੋਟ ਕਰ ਰਹੇ ਹਾਂ, ਉਹਨੂੰ ਵੀ ਅਸੀਂ ਕਰ ਰਹੇ ਹਾਂ। ਔਰ ਇਸੇ ਤਰ੍ਹਾਂ ਹੀ ਨਾਲ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਨੀ ਆ ਉਹਦੇ ਵਾਸਤੇ ਵੀ ਕਿਸਾਨਾਂ ਨੂੰ ਅਵੇਅਰ ਕਰ ਰਹੇ ਹਾਂ। ਔਰ ਨਾਲ ਇਹਨਾਂ ਦੇ ਜਿਹੜੇ ਪੰਫਲੈਟ ਆ ਉਹ ਵੀ ਅਸੀਂ ਕਿਸਾਨਾਂ ਦੇ ਵਿੱਚ ਉਹ ਵੰਡਾਂਗੇ ਜੀ। ਔਰ ਇਹ ਬਿਲਕੁਲ ਅਸੀਂ ਜੰਗੀ ਪੱਧਰ ਦੇ ਉੱਤੇ ਜਿਹੜਾ ਹੈਗਾ ਇਸ ਚੀਜ਼ ਨੂੰ ਲੈ ਕੇ ਜਾ ਰਹੇ ਹਾਂ। ਸੰਧੂ ਸਾਹਿਬ, ਫਸਲੀ ਚੱਕਰ ਬਦਲਣ ਦੀ ਅਸੀਂ ਕਾਫੀ ਦੇਰ ਤੋਂ ਕੋਸ਼ਿਸ਼ ਕਰਦੇ ਹਾਂ, ਲੇਕਿਨ ਕਿਸਾਨਾਂ ਨੂੰ ਕਈ ਵਾਰ ਸਮੱਸਿਆ ਇਹੋ ਜਿਹੀ ਆ ਜਾਂਦੀ ਹੈ। ਜੇ ਸੂਰਜਮੁਖੀ ਦੀ ਗੱਲ ਕਰ ਲਈਏ, ਸੈਂਟਰ ਸਰਕਾਰ ਕਹਿੰਦੀ ਹੈ ਇਹਦਾ 3800 ਰੇਟ ਦਿਓ, ਤੇ ਲੇਕਿਨ ਕਿਸਾਨਾਂ ਨੂੰ ਕਈ ਵਾਰ 3000 ਤੋਂ 3200 ਹੀ ਮਿਲਦਾ, ਤਾਂ ਵਿਚਾਲੇ ਵਾਲਾ 500-600 ਕਿੱਧਰ ਚਲਾ ਜਾਂਦਾ? ਗੱਲ ਇਹ ਹੈ ਭੁੱਲਰ ਸਾਹਿਬ, ਕਿਉਂਕਿ ਹਰ ਇੱਕ ਫਸਲ ਦਾ ਜਿਹੜਾ ਮੈਕੈਨਿਜ਼ਮ ਹੈਗਾ, ਜਿਹੜੀਆਂ ਭਾਰਤ ਸਰਕਾਰ ਵੱਲੋਂ ਪ੍ਰੋਕਿਉਰਮੈਂਟ ਏਜੰਸੀਆਂ ਨੇ, MSP ਹੈ, ਸਾਡੇ ਸੂਬੇ ਦੇ ਵਿੱਚ ਜਿਹੜਾ ਹੈਗਾ ਕਣਕ ਅਤੇ ਝੋਨੇ ਦੀ ਜਿਹੜੀ ਉਹ ਯਕੀਨੀ ਜਿਹੜੀ ਖਰੀਦ ਔਰ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਹੋਇਆ। ਜਦੋਂ ਕਿ ਤੇਲ ਬੀਜ ਫਸਲਾਂ ਵਾਸਤੇ ਜਾਂ ਜਿਹੜੀਆਂ ਦੂਸਰੀਆਂ ਫਸਲਾਂ ਨੇ ਦਾਲਾਂ ਵਾਸਤੇ, ਇਹਨਾਂ ਵਾਸਤੇ ਸਾਡਾ ਮੈਕੈਨਿਜ਼ਮ ਨਹੀਂ ਹੈਗਾ। ਇਹਦੇ ਵਾਸਤੇ ਇੱਕ ਨੂਡਲ ਏਜੰਸੀ ਜਿੱਦਾਂ ਮਾਰਕਫੈਡ ਹੈ ਜਾਂ ਪੰਜਾਬ ਐਗਰੋ ਨੂੰ ਬਣਾ ਦਿੱਤਾ ਜਾਂਦਾ, ਲੇਕਿਨ ਉਹਨਾਂ ਨੂੰ ਫੰਡਸ ਨਹੀਂ ਦਿੱਤੇ ਜਾਂਦੇ, ਜਿਸ ਕਰਕੇ ਇਹ ਜਿਹੜੀ ਸਾਡੀ ਫਸਲੀ ਵਿਭਿੰਨਤਾ ਜਿਹੜੀ ਆ ਪਿਛਲੇ ਸਮਿਆਂ ਦੇ ਦਰਮਿਆਨ ਵੀ ਫੇਲਿਅਰ ਹੋਈ ਹੈ। ਲੇਕਿਨ ਜਿਹੜੀ ਹੁਣ ਅਸੀਂ ਇਹ ਗੱਲ ਕਰ ਰਹੇ ਹਾਂ ਫਸਲੀ ਵਿਭਿੰਨਤਾ ਦੀ, ਇਹਦੇ ਵਿੱਚ ਵੀ ਅਸੀਂ ਕਿਸਾਨਾਂ ਨੂੰ ਇਨਵੋਲਵ ਕਰ ਰਹੇ ਹਾਂ। ਔਰ ਅਸੀਂ ਇਹ ਗੱਲ ਜਿਹੜੀ ਉਹਨੂੰ ਮੱਕੀ ਦੀ ਅਸੀਂ ਕਾਸਟ ਨੂੰ ਵਧਾਵਾਂਗੇ, ਅਸ਼ੋਰ ਕਰਾਂਗੇ ਮੈਕੈਨਿਜ਼ਮ ਉਹਨਾਂ ਨੂੰ, ਬਿਲਕੁਲ ਉਹਨਾਂ ਦੀ ਪ੍ਰੋਕਿਉਰਮੈਂਟ ਜਾਂ ਸੂਰਜਮੁਖੀ ਦੀ ਆ ਬਲੋ MSP ਜਿਹੜੀ ਉਹਨਾਂ ਦੀ ਨਹੀਂ ਕੀਮਤ ਜਾਏਗੀ ਔਰ ਉਹਨਾਂ ਨੂੰ ਰੈਵਨਿਊ ਪ੍ਰਾਈਸਸ ਜਿਹੜੀਆਂ ਦਿੱਤੀਆਂ ਸੰਧੂ ਸਾਹਿਬ, ਅਸੀਂ ਆਸ ਕਰਦੇ ਹਾਂ ਕਿ ਤੁਹਾਡੀਆਂ ਸਾਰੀਆਂ ਜਿਹੜੀਆਂ ਆਸਾਂ ਉਮੀਦਾਂ ਨੇ ਪੂਰੀਆਂ ਹੋਣ, ਇਹਨਾਂ ਨੂੰ ਪੂਰ ਪਵੇ। ਸਾਡੇ ਕਿਸਾਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ। ਝੋਨੇ ਦੀ ਸਿੱਧੀ ਬਿਜਾਈ ਦੇ ਸੰਬੰਧ ਵਿੱਚ ਬਹੁਤ ਵਡਮੁੱਲੇ ਵਿਚਾਰ ਤੁਸੀਂ ਸਾਡੇ ਕਿਸਾਨ ਵੀਰਾਂ ਦੇ ਨਾਲ ਸਾਂਝੇ ਕੀਤੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਸਾਨ ਵੀਰੋ, ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਆਗਿਆ ਦਿਓ, ਧੰਨਵਾਦ।